ਕਿਧਰੇ ਨਾ ਕਿਧਰੇ ਡਾਕਟਰ ਪੇਸ਼ੈਂਟ ਰਿਲੇਸ਼ਨਸ਼ਿਪ ਦੇ ਵਿੱਚ ਡਿਟੀਰੀਓਰੇਸ਼ਨ ਹੋਈ ਹੈ और ਉਹਦੇ ਵਿੱਚ ਕੀ ਕਾਰਨ ਬਣੇ ਕੀ नहीं बने। पब्लिक हमारी है, हमारे भाई बहन है। हमें चिंता क्या होती है कि मैं अपनी पब्लिक को बढ़िया से बढ़िया ट्रीटमेंट दूं। पेशेंट का बचाव करके पेशेंट ਨੂੰ ਇਹ ਫੀਲ ਕਰਾਓ ਕਿ ਪੇਸ਼ੈਂਟ ਦਾ ਤੁਸੀਂ ਬਚਾਅ ਵੀ ਕਰ ਰਹੇ ਹੋ, ਪੈਸਿਆਂ ਦਾ ਵੀ ਔਰ ਉਹਦੀ ਲਾਈਫ ਦਾ ਵੀ। हर पेशेंट चाहता हैगा कि मेरी बेस्ट इन्वेस्टिगेशन होवे, लेकिन बेस्ट इन्वेस्टिगेशन वास्ते दो तरह की सपोर्ट चाहिए है, एक गवर्नमेंट एक प्राइवेट। आई एम सॉरी टू से वी डू नॉट हैव मच गवर्नमेंट सपोर्ट। सरकार से हाथ जोड़ के एक ही बेनती है कि आप बोलो कि फलाने हॉस्पिटल ने डॉक्टर ने गलती की है, एक बार सिविल सर्जन या किसी और से 2 मेंबर कमेटी बना के उसको इन्वेस्टिगेट कर लो। अमृतसर मेडिकल एसोसिएशन की ओर से अमृतसर में पहली एमाकॉन कॉन्फ्रेंस का आयोजन करवाया गया है, जिसमें कई डॉक्टर शामिल हुए हैं। नई तकनीकों पर चर्चा की गई। इसमें यह भी चर्चा की गई है कि आखिरकार डॉक्टरों को इस समय के दौरान किन किन मुश्किलों का सामना करना पड़ रहा है। डॉक्टर को जब डॉक्टर बनता है उन्हें एक हाइपोथेटिकल और शपथ दिलाई जाती है। 25 साल पहले डॉक्टर और मरीज़ के रिलेशन क्या थे, आज मरीज़ और डॉक्टर के रिलेशन क्या हो गए हैं, क्यों बिगड़ रहे हैं, इस पर भी चर्चा की गई। इस आखिरकार जब किसी भी अस्पताल में कोई अनहोनी होती है तो डॉक्टर पर बिना जांच के ही कार्रवाई कर दी जाती है। इसी को लेकर आज यहां पर मौजूद थे अमृतसर सेंट्रल विधानसभा से विधायक हैं डॉक्टर अजय गुप्ता। उनकी ओर से इन्हें आश्वासन दिया गया है कि वह मुख्यमंत्री भगवंत मान से बात कर चुके हैं कि अब डॉक्टरों को बेवजह परेशान नहीं किया जाएगा और इलाज जो महंगा हो गया है इसको लेकर भी चर्चाएं हुई हैं। हमारे साथ हैं डॉक्टर अजय गुप्ता, सेंट्रल विधानसभा हल्के से विधायक हैं। डॉक्टर साहब एमाकॉन दी कॉन्फ्रेंस ਤੁਸੀਂ ਆਏ ਹੋ, ਡਾਕਟਰ ਵੀ ਹੋ, ਡਾਕਟਰਾਂ ਦੀ ਕਈ ਮੁਸ਼ਕਲਾਂ ਤੇ ਸੋਲਵ ਜਿਹੜੀਆਂ ਆ ਰਹੀਆਂ ਡਾਕਟਰਸ ਨੂੰ, ਇਹ ਕਿਹਾ ਜਾ ਰਿਹਾ ਵੀ ਪੇਸ਼ੈਂਟ ਡਾਕਟਰ ਦਾ ਰਿਲੇਸ਼ਨਸ਼ਿਪ ਖਰਾਬ ਹੋ ਰਿਹਾ। ਥੈਂਕ ਯੂ ਵੈਰੀ ਮੱਚ ਦੀਪਕ ਜੀ। ਮੈਂ ਸਭ ਤੋਂ ਪਹਿਲੇ ਕੰਗ੍ਰੈਚੁਲੇਟ ਕਰਦਾ ਪੂਰੀ ਟੀਮ ਨੂੰ ਕਿ ਇਹਨਾਂ ਨੇ ਬੜਾ ਅੱਛਾ ਇੱਕ ਐਫਰਟ ਜਿਹੜਾ ਕੀਤਾ ਫॉर द सोसाइटी फॉर द पब्लिक। ਇਹ ਇਕੱਲਾ ਡਾਕਟਰਸ ਲਈ ਨਹੀਂ ਹੈ, ਸੋਸਾਇਟੀ ਲਈ ਹੈ। ਤੁਸੀਂ ਜਾਣਦੇ ਹੋ ਕਿ ਜਦੋਂ ਅਸੀਂ ਲੋਕ ਛੋਟੇ ਹੁੰਦੇ ਸੀਗੇ ਤੇ ਡਾਕਟਰ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਸੀ। ਕਿਧਰੇ ਨਾ ਕਿਧਰੇ ਡਾਕਟਰ ਪੇਸ਼ੈਂਟ ਰਿਲੇਸ਼ਨਸ਼ਿਪ ਦੇ ਵਿੱਚ ਡਿਟੀਰੀਓਰੇਸ਼ਨ ਹੋਈ ਹੈ ਔਰ ਉਹਦੇ ਵਿੱਚ ਕੀ ਕਾਰਨ ਬਣੇ ਕੀ ਨਹੀਂ ਬਣੇ ਉਹ ਮੈਂ ਆਪਣੀ ਜਦੋਂ ਐਡਰੈਸ ਵੀ ਕੀਤਾ ਸੀ ਉਹਦੇ 'ਚ ਵੀ ਜਿੰਨੇ ਵੀ ਆਡੀਅנס ਆਏ ਸੀ, ਜਿੰਨੇ ਵੀ ਸਾਡੇ ਮਾਨਯੋਗ ਇੱਥੇ ਡਾਕਟਰਸ ਆਏ ਸੀ, ਮੈਂ ਉਹੀ ਕਿਹਾ ਸੀ ਕਿ ਜਿਹੜੀ ਆਪਾਂ ਲੋਕ ਪ੍ਰੈਕਟਿਸ ਕਰਦੇ ਹਾਂ, ਜਿਹੜਾ ਟ੍ਰੀਟਮੈਂਟ ਕਰਦੇ ਹਾਂ, ਉਹਦੇ 'ਚ ਟਰਾਂਸਪੇਰੈਂਸੀ ਹੋਣੀ ਚਾਹੀਦੀ, ਟੋਟਲ ਟਰਾਂਸਪੇਰੈਂਸੀ। ਔਰ ਉਹਦੇ ਨਾਲ ਉਹਦੇ ਵਿੱਚ ਜਿਹੜੀ ਹੈ ਇੱਕ ਓਨੈਸਟੀ ਹੋਣੀ ਚਾਹੀਦੀ, ਸਿੰਸੈਰਿਟੀ ਹੋਣੀ ਚਾਹੀਦੀ, ਇੱਕ ਡੈਡੀਕੇਸ਼ਨ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਇਹ ਸਾਰਾ ਕੁਝ ਕਰੋਗੇ ਤਾਂ ਨੈਚੁਰਲੀ ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਜਿਹੜਾ ਡਿਟੀਰੀਓਰੇਟ ਹੋਇਆ ਉਹ ਦੁਬਾਰਾ ਜਿਹੜਾ ਇੱਕ ਜ਼ਬਰਦਸਤ ਬੌਂਡ ਡਾਕਟਰ ਔਰ ਪੇਸ਼ੈਂਟ ਦੇ ਵਿੱਚ ਬਣੇਗਾ। ਡਾਕਟਰ ਸਾਹਿਬ ਇੱਕ ਹਾਈਪੋਥੈਟੀਕਲ ਓਥ ਚੁਕਾਈ ਜਾਂਦੀ ਡਾਕਟਰ ਨੂੰ ਜਦੋਂ ਵੀ ਡਾਕਟਰ ਬਣਦੇ, ਇਹ ਵੀ ਕਿਹਾ ਗਿਆ ਇਸ ਕਾਨਫਰੰਸ ਦੇ ਵੀ ਅਸੀਂ ਉਸ ਓਥ ਤੋਂ ਪਿੱਛੇ ਹਟ ਰਹੇ ਹਾਂ। ਹਾਂ, ਹਰ ਇੱਕ ਡਾਕਟਰ ਦਾ ਆਪਣਾ ਓਪੀਨੀਅਨ ਹੈ, ਮਗਰ ਮੈਂ ਖੁਦ ਇਹ ਫੀਲ ਕਰਦਾ ਕਿ ਜਦੋਂ ਤੁਸੀਂ ਪੇਸ਼ੈਂਟਸ ਨੂੰ ਉਹਨਾਂ ਨੂੰ ਸਿੰਸੀਅਰਲੀ ਟਰੀਟ ਕਰਦੇ ਜੇ, ਤੁਹਾਡੀ ਜਿਹੜੀ ਹੈ ਨੀਅਤ ਜਿਹੜੀ ਸਾਫ਼ ਹੈ, ਤੇ ਫਿਰ ਉਹ ਜਿਹੜੀ ਓਥ ਹੈ ਉਹਦਾ ਮੀਨਿੰਗ ਤਾਂ ਹੀ ਹੈ ਨਾ ਕਿ ਤੁਸੀਂ ਪੂਰੀ ਸਾਫ਼ ਨੀਅਤ ਦੇ ਨਾਲ, ਅੱਛੀ ਡੈਡੀਕੇਸ਼ਨ ਦੇ ਨਾਲ, ਡਿਵੋਸ਼ਨ ਦੇ ਨਾਲ ਪੇਸ਼ੈਂਟ ਦਾ ਬਚਾਅ ਕਰਕੇ ਪੇਸ਼ੈਂਟ ਨੂੰ ਇਹ ਫੀਲ ਕਰਾਓ ਕਿ ਪੇਸ਼ੈਂਟ ਦਾ ਤੁਸੀਂ ਬਚਾਅ ਵੀ ਕਰ ਰਹੇ ਹੋ, ਪੈਸਿਆਂ ਦਾ ਵੀ ਔਰ ਉਹਦੀ ਲਾਈਫ ਦਾ ਵੀ। ਅੱਛਾ ਡਾਕਟਰ ਸਾਹਿਬ, ਇੱਕ ਆਮ ਆਦਮੀ ਪਾਰਟੀ ਸਰਕਾਰ ਕਹਿ ਰਹੀ ਕਿ 16 ਮੈਡੀਕਲ ਕਾਲਜ ਖੋਲ੍ਹੇ ਜਾਣਗੇ, ਇਹਦੇ ਨਾਲ ਮੁਹੱਲਾ ਕਲੀਨਿਕ ਖੋਲ੍ਹਣ ਦੀ ਗੱਲ ਕੀਤੀ ਜਾ ਰਹੀ ਹੈ। ਡਾਕਟਰ ਕਿੱਥੋਂ ਲਿਆਉਣਗੇ? ਡਾਕਟਰਸ ਦੇਖੋ, ਡਾਕਟਰ ਤਾਂ ਬਹੁਤ ਜ਼ਿਆਦਾ ਬਣਦੇ ਆ। ਇਹਦੇ 2 ਬੈਨੀਫਿਟ ਹੋਣਗੇ ਦੀਪਕ ਜੀ। ਪਹਿਲਾ ਬੈਨੀਫਿਟ ਤਾਂ ਇਹ ਹੈ ਕਿ ਮੁਹੱਲਾ ਕਲੀਨਿਕਸ ਦੇ ਨਾਲ ਜਿਹੜੀ ਸਾਡੀ ਪ੍ਰਾਇਮਰੀ ਹੈਲਥ ਕੇਅਰ ਕਿਧਰੇ ਨਾ ਕਿਧਰੇ ਖਤਮ ਹੋ ਗਈ ਸੀ। ਇਹ ਪਹਿਲੀਆਂ ਸਰਕਾਰਾਂ ਨੇ ਕੀਤਾ ਹੀ ਕੁਛ ਨਹੀਂ। ਦੇ ਫਿਨਿਸ਼ਡ ਦਾ ਪ੍ਰਾਇਮਰੀ ਹੈਲਥ ਕੇਅਰ ਜਿਹੜੀ ਕਿ ਬੜੀ ਇੰਪੋਰਟੈਂਟ ਹੈ। ਤੁਸੀਂ ਮੁਹੱਲਾ ਕਲੀਨਿਕ 'ਚ ਕੀ ਹੋਊਗਾ ਕਿ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਆਉਂਦੀ, ਮੰਨ ਲਓ ਪੇਸ਼ੈਂਟ ਜਾਂਦਾ ਡਾਕਟਰ ਦੇ ਕੋਲ ਔਰ ਡਾਕਟਰ ਉਹਨੂੰ ਟਰੀਟਮੈਂਟ ਕਰਦਾ ਅਤੇ ਉਹਨੂੰ ਇਮੀਡੀਏਟਲੀ ਉਸੇ ਸਟੇਜ 'ਤੇ ਠੀਕ ਕਰ ਦਿੰਦਾ, ਉਹਨੂੰ ਸੈਕੰਡਰੀ ਟਰਸ਼ਰੀ 'ਚ ਜਾਣ ਦੀ ਜ਼ਰੂਰਤ ਨਹੀਂ। ਜਿੱਥੋਂ ਤੱਕ ਤੁਹਾਡਾ ਕੁਐਸਚਨ ਹੈ ਕਿ ਡਾਕਟਰਸ ਤਾਂ ਬਹੁਤ ਬਣਦੇ ਆ, ਅਗਰ ਕੀ ਹੈ ਜਦੋਂ ਡਾਕਟਰ ਨੂੰ ਉਹਨਾਂ ਦਾ ਬੰਦਾ ਜਿਹੜਾ ਹੱਕ ਹੈ ਨਹੀਂ ਮਿਲਦਾ ਤੇ ਉਹ ਸੋਚਦੇ ਆ ਕਿ ਅਸੀਂ ਹੁਣ ਬਾਹਰਲੇ ਕੰਟਰੀ 'ਚ ਚਲੇ ਜਾਈਏ। ਉਹ ਜਿਹੜਾ ਬ੍ਰੇਨ ਡਰੇਨ ਹੈ ਉਹ ਰੁਕੇਗਾ ਕਿਧਰੇ ਨਾ ਕਿਧਰੇ। ਔਰ ਡਾਕਟਰਸ ਜਿਹੜੇ ਕਿਉਂਕਿ ਇਹਦੇ 'ਚ ਇਨਸੈਂਟਿਵਸ ਬਹੁਤ ਅੱਛੇ ਹੈ ਔਰ ਇਸ ਕਰਕੇ ਡਾਕਟਰਸ ਆਪਣੇ ਘਰ 'ਚ, ਆਪਣੇ ਸੂਬੇ 'ਚ, ਆਪਣੇ ਕੰਟਰੀ 'ਚ ਹੀ ਰਹਿਣ। ਡਾਕਟਰ ਇੱਕ ਤੁਸੀਂ ਆਯੁਸ਼ਮਾਨ ਦੀ ਗੱਲ ਕੀਤੀ, ਡਾਕਟਰ ਬਹੁਤ ਪੇਸ਼ੈਂਟਸ ਦਾ ਟ੍ਰੀਟਮੈਂਟ ਨਹੀਂ ਹੋ ਰਿਹਾ, ਬੜਾ ਇੱਕ ਮੁੱਦਾ ਉੱਠਿਆ ਵੀ ਸੀਗਾ ਵੀ ਸਰਕਾਰ ਨੇ ਸ਼ਾਇਦ ਜਿਹੜੀ ਉਹ ਬੰਦ ਕਰ ਦਿੱਤੀ ਹੈ ਆਯੁਸ਼ਮਾਨ, ਕੀ ਕਹਿਣਾ ਇਹਦਾ? ਨਹੀਂ, ਸਰਕਾਰ ਨੇ ਨਹੀਂ ਬੰਦ ਕੀਤੀ।
ਸਰਕਾਰ ਪੈਸਾ ਨਹੀਂ ਆ ਰਿਹਾ ਜੀ। ਮੈਂ ਦੱਸਾਂ ਕੀ ਹੋਇਆ ਇਹਦੇ 'ਚ ਜਦੋਂ ਪਹਿਲੇ ਸਾਡੇ ਹੈਲਥ ਮਿਨਿਸਟਰ ਸਾਹਿਬ ਜਿਹੜੇ ਸੀਗੇ ਮੰਤਰੀ ਸਾਹਿਬ, ਉਹਨਾਂ ਨੇ ਕੀ ਕੀਤਾ ਕਿ 29 ਦਸੰਬਰ 2021 ਨੂੰ ਜਦੋਂ ਇੰਸ਼ੋਰੈਂਸ ਕੰਪਨੀ ਪੈਸੇ ਨਹੀਂ ਸੀ ਦੇ ਰਹੀ, SHA ਜਿਹੜੀ ਹੈ ਇੰਸ਼ੋਰੈਂਸ ਨੂੰ ਨਹੀਂ ਸੀ ਦੇ ਰਹੀ, ਇੰਸ਼ੋਰੈਂਸ ਜਿਹੜੀ ਹੈ ਲੋਕ ਹਸਪੀਟਲ ਨੂੰ ਨਹੀਂ ਸੀ ਦੇ ਰਹੀ, ਤੇ ਉਹਨਾਂ ਨੂੰ ਬੈਠ ਕੇ ਉਹਨਾਂ ਦੇ ਨਾਲ ਕੋਈ ਰਸਤਾ ਕੱਢਣਾ ਚਾਹੀਦਾ। ਉਹਨਾਂ ਨੇ ਕੀ ਕੀਤਾ, ਇਮੀਡੀਏਟਲੀ ਉਹਨੂੰ ਟਰਮੀਨੇਟ ਕਰ ਦਿੱਤਾ। ਉਹਨਾਂ ਨੇ ਸ਼ੁਕਰ ਕੀਤਾ। ਉਹਦਾ ਨੁਕਸਾਨ ਕੀ ਹੋਇਆ ਗੌਰਮੈਂਟ ਨੂੰ ਕਿ 500 ਤੋਂ ਲੈ ਕੇ 600 ਕਰੋੜ ਰੁਪਈਆ ਪੰਜਾਬ ਗੌਰਮੈਂਟ ਨੂੰ ਪੈ ਗਿਆ। ਇਹ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਕਰ ਰਹੇ ਹਾਂ। ਹੁਣ ਕੀ ਹੈ ਕਿ ਹੁਣ ਉਹ ਗੌਰਮੈਂਟ ਨੇ ਇਹ ਸਕੀਮ ਬੰਦ ਨਹੀਂ ਕੀਤੀ। ਉਹ ਜਿਹੜੀ ਹੈ ਉਹ SHA ਜਿਹੜੀ ਉਹਨੇ ਤਾਂ ਕਿਹਾ ਤੁਸੀਂ ਕਰੋ ਕੰਮ, ਉਹਨਾਂ ਨੇ ਆਪਣੀ ਗਰੰਟੀ ਲਈ ਇਸ ਗੱਲ ਦੀ, ਮਗਰ ਹਸਪੀਟਲਸ ਵਾਲੇ ਕਿਉਂਕਿ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰਦੇ ਸੀ, ਉਹਨਾਂ ਨੇ ਕੇਸ ਲੈਣੇ ਬੰਦ ਕਰਤੇ। IMA ਨੇ ਇਹ ਡਿਸੀਜਨ ਲੈ ਲਿਆ ਕਿ ਅਸੀਂ ਜਿਹੜਾ ਹੁਣ ਆਯੁਸ਼ਮਾਨ ਦੇ ਪੇਸ਼ੈਂਟ ਨਹੀਂ ਲਾਂਗੇ। ਮਗਰ ਮੈਂ ਸੈਕਟਰੀ ਹੈਲਥ ਨਾਲ ਜਾ ਕੇ ਗੱਲ ਕੀਤੀ, ਆਪਣੇ CM ਸਾਹਿਬ ਨਾਲ ਗੱਲ ਕੀਤੀ, ਆਪਣੇ ਆਨਰੇਬਲ ਫਾਈਨਾਂਸ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ। ਉਹਨਾਂ ਨੇ ਇਹ ਸਾਰਾ ਹੁਣ ਵਰਕਆਊਟ ਹੋ ਗਿਆ। 400 ਕਰੋੜ ਰੁਪਇਆ ਆਯੁਸ਼ਮਾਨ ਨੂੰ ਮਿਲ ਚੁੱਕਾ ਹੈ ਔਰ ਜਲਦੀ ਵਿਦਿਨ ਸਪੈਨ ਆਫ 1 ਵੀਕ ਇਹ ਡਿਸਟ੍ਰੀਬਿਊਟ ਹੋ ਜਾਏਗਾ। ਡਾਕਟਰ ਸਾਹਿਬ ਪਹਿਲੀ ਵਾਰੀ ਆ ਵਿਧਾਨ ਸਭਾ ਸੱਤਰ ਜਿਹੜਾ ਉਹ ਲਾਈਵ ਹੋਇਆ, ਤੁਸੀਂ ਆਪਣੇ ਇਲਾਕੇ ਬਾਰੇ ਸਵਾਲ ਚੁੱਕਿਆ ਹੋਵੇ? ਮੈਂ ਚੁੱਕਿਆ ਜੀ। ਤੁਸੀਂ ਦੇਖਿਆ ਹੋਵੇਗਾ ਕਿ ਮੈਂ ਕਿਉਂਕਿ ਸਾਡੀ ਕੌਂਸਟੀਚੁਐਂਸੀ ਦੇ ਵਿੱਚ ਪੀਣ ਵਾਲਾ ਪਾਣੀ ਬਹੁਤ ਗੰਦਾ ਮਿਲ ਰਿਹਾ, ਮਿਕਸ ਹੋ ਕੇ ਆ ਰਿਹਾ ਸੀਵਰੇਜ ਦੇ ਪਾਣੀ ਨਾਲ, ਜਿਹਦੇ ਨਾਲ ਕੋਲਰਾ, ਹੈਪੇਟਾਈਟਸ, ਟਾਈਫਾਈਡ, ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ। ਹਸਪੀਟਲ ਦੇਖੋ ਤੁਸੀਂ ਭਰੇ ਪਏ ਆ। ਸੋ ਇਹ ਮੁੱਦਾ ਬੜਾ ਸੈਂਸਿਟਿਵ ਮੁੱਦਾ ਸੀਗਾ ਕਿ 70 ਸਾਲ 75 ਸਾਲ ਬਾਅਦ ਅਸੀਂ ਲੋਕਾਂ ਨੂੰ ਅਗਰ ਪੀਣ ਵਾਲਾ ਪਾਣੀ ਵੀ ਮੁਹੱਈਆ ਨਹੀਂ ਕਰਾ ਸਕਦੇ ਤੇ ਇਸ ਤੋਂ ਵੱਡੀ ਸ਼ਰਮ ਦੀ ਗੱਲ ਕੋਈ ਹੋ ਨਹੀਂ ਸਕਦੀ। ਜ਼ਿੰਮੇਦਾਰ ਕੌਣ ਹੈ ਇਹਦੇ ਲਈ? ਜ਼ਿੰਮੇਦਾਰ ਪਹਿਲੀਆਂ ਸਰਕਾਰਾਂ ਨੇ। ਅਸੀਂ ਤੇ ਵੀ ਆਰ ਵੈਰੀ ਸੀਰੀਅਸ ਐਂਡ ਵੈਰੀ ਸਿੰਸੀਅਰ। ਮੈਂ ਤਾਂ ਚਾਹੁੰਦਾ ਕਿ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਲੋਕਾਂ ਨੂੰ ਬਿਲਕੁਲ ਸਾਫ਼ ਸੁਥਰਾ ਮੁਹੱਈਆ ਕਰਾਈਏ। ਪਹਿਲੀਆਂ ਸਰਕਾਰਾਂ ਜਿਹੜੀਆਂ ਇਹਨਾਂ ਨੇ ਕੁਛ ਨਹੀਂ ਕੀਤਾ 70 ਸਾਲਾਂ 'ਚ, ਸਿਰਫ ਤੇ ਸਿਰਫ ਲੁੱਟਿਆ ਤੇ ਕੁੱਟਿਆ। ਇਹਨਾਂ ਨੇ ਆਪਣੀ ਕਹਿੰਦੇ ਨੇ ਅਸੀਂ ਡਿਵੈਲਪਮੈਂਟ ਕੀਤੀ, ਮਗਰ ਡਿਵੈਲਪਮੈਂਟ ਇਹਨਾਂ ਨੇ ਆਪਣੀ ਕੀਤੀ। ਬਹੁਤ ਆਰੋਪ ਲੱਗ ਰਹੇ ਵੀ ਲੋਕਾਂ ਦੀ ਨਹੀਂ ਕੀਤੀ। ਉਹ ਸਾਰਾ ਸਾਹਮਣੇ ਆ ਜਾਏਗਾ। ਉਹ ਸਾਡੀ ਸਰਕਾਰ ਇਹਦੇ ਬਾਰੇ ਬਹੁਤ ਸੰਜੀਦਾ ਹੈ ਔਰ ਤੁਸੀਂ ਦੇਖੋਗੇ ਜਿਨ੍ਹਾਂ ਨੇ ਲੁੱਟਿਆ। ਤੁਸੀਂ ਦੇਖਿਆ ਹੋਵੇਗਾ ਭਗਵੰਤ ਮਾਨ ਜੀ ਨੇ ਇੱਕ ਬੜੀ ਅੱਛੀ ਗੱਲ ਕੀਤੀ, ਸਾਡੇ CM ਸਾਹਿਬ ਨੇ। ਉਹਨਾਂ ਨੇ ਵਿਰੋਧੀਆਂ ਨੂੰ ਕਿਹਾ ਯਾਰ ਤੁਸੀਂ ਬਾਰ-ਬਾਰ ਕਹਿੰਦੇ ਹੋ ਪੈਸੇ ਕਿੱਥੋਂ ਆਉਣਗੇ, ਇਹ ਨਾ ਕਿਹਾ ਕਰੋ, ਛੱਡ ਦਿਓ ਕਹਿਣਾ। ਇਹ ਪੈਸਾ ਜਿਹੜਾ ਤੁਹਾਡੇ ਕੋਲ ਹੀ ਆਊਗਾ ਵਾਪਸ, ਤੁਹਾਡੇ ਕੋਲ ਜਿਹੜਾ ਲੁੱਟਿਆ ਵਾਪਸ ਲੈ ਜਾਏਗਾ। ਇਹ ਸਨ ਡਾਕਟਰ ਅਜੇ ਗੁਪਤਾ। ਗੱਲਬਾਤ ਕਰਾਂਗੇ ਡਾਕਟਰ ਅਸ਼ੋਕ ਉੱਪਲ ਨਾਲ, ਜਿਨ੍ਹਾਂ ਵੱਲੋਂ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਡਾਕਟਰ ਸਾਹਿਬ ਅੱਜ ਜਿਹੜੀ ਕਾਨਫਰੰਸ ਕਰਵਾਈ ਗਈ, ਮੈਂ ਦੇਖ ਰਿਹਾ ਸੀ ਇਹਦੇ 'ਚ ਸਭ ਤੋਂ ਜਿਹੜਾ ਅਹਿਮ ਮੁੱਦਾ ਉਹ ਉੱਠਿਆ ਵੀ ਡਾਕਟਰਸ ਵੀ ਆਪਣੇ ਆਪ ਨੂੰ ਸਿਕਿਉਰ ਤੇ ਸੇਫ ਫੀਲ ਨਹੀਂ ਕਰ ਰਹੇ। ਦੇਖੋ ਗੱਲ ਪਹਿਲਾਂ ਤੁਹਾਡਾ ਇਹ ਬਹੁਤ ਅੱਛਾ ਪੁਆਇੰਟ ਹੈਗਾ ਵੀ ਡਾਕਟਰ ਯਾਰ ਗੱਲ ਤਾਂ ਉਹੀ ਕੈਚ 22 ਸਿਚੁਏਸ਼ਨ ਹੈ। ਮੈਂ ਉੱਥੇ ਸਟੇਜ ਤੇ ਵੀ ਬੋਲੀ, ਹੁਣ ਵੀ ਬੋਲਦਾ, ਪਰ ਉਸ ਤੋਂ ਪਹਿਲੇ ਭੰਡਾਰੀ ਸਾਹਿਬ ਜੇ ਮੈਨੂੰ ਤੁਸੀਂ ਇਜਾਜ਼ਤ ਦਿਓ ਕਿ ਮੇਰੀ ਇਹ ਐਮਾਕੌਨ ਹੈ ਕੀ ਆ, ਮੈਂ ਇੱਕ ਲਾइन बोलना चाहूँगा। देखो अमृतसर मेडिकल एसोसिएशन जो हमारे अमृतसर के और बियॉन्ड अमृतसर के थोड़े डिस्ट्रिक्ट के आसपास के डॉक्टर सब की है तो सारी पंजाब की है तो सारी इंडिया की है, लेकिन हम एक जगह ही काम कर सकते हैं ना। वो अमृतसर में ये अमृतसर मेडिकल एसोसिएशन एक एकेडमिक प्लेटफॉर्म बना दिया गया है, जिस प्लेटफॉर्म पर हमारे ये जो यंगस्टर हैं ये आके अपना करें, टॉक्स दें, डिस्कशंस करें। तो आज ये सारी CME इसीलिए है कि यंगस्टर अपना आगे निकलें, काम करें, और जो सीनियर हैं, कंसल्टेंट्स हैं, वो एक ऐसा ओरिजिनल काम, ऐसा रिसर्च वर्क टाइप काम करें जिससे ये यंगस्टर सीखे उनसे और पेशेंट का बेनिफिट हो। तो ये फर्स्ट एमाकॉन बाई अमृतसर मेडिकल एसोसिएशन का हमारा टीचा ये है, मेडिकल एंड मेडिकल एजुकेशन को प्रमोट करना। अच्छा डॉक्टर साहब, अब मैं फिर वही सवाल पे आता हूँ। जो आपने ये सवाल पूछा है कि ये डॉक्टर भी अपने आप को अनसिक्योर फील करते हैं। देखो बात ये है ना, जो भी फोर फ्रंट पर होगा, जो भी वॉरियर होगा, चाहे उधर हो LAC पर, LOC पर, तो हम भी तो DOC पर हैं। डॉक्टर ऑन कंट्रोल, डॉक्टर ऑन लाइन ऑफ कंट्रोल। तो हमें भी तो डर लगता है ना। हमें क्या डर लगता है? हमें पब्लिक का डर नहीं लगता। पब्लिक हमारी है, हमारे भाई बहन हैं, हमें पब्लिक का कोई डर नहीं है। हमें डर क्या है, हमें चिंता क्या होती है कि मैं अपनी पब्लिक को बढ़िया से बढ़िया ट्रीटमेंट दूं। कोई बात नहीं, एक आधा बंदा, एक दो बंदे अगर मिसगाइडेड होन,
कोई ऐसी बात कहीं हो जाती है तो देदा मतलब ये थोड़ा कि मेरे 99% लोग मेरे जेडे हैगे ने वो ठीक नो, सारे लोग बहुत अच्छे हैं। बात पता क्या है, एक्सपेक्टेशंस बढ़ गई है। मॉडर्न डे टेक्नोलॉजी महंगी हो गई है। हर पेशेंट चाहता हैगा कि मेरी बेस्ट इन्वेस्टिगेशन होवे, लेकिन बेस्ट इन्वेस्टिगेशन वास्ते दो तरह की सपोर्ट चाहिए है, एक गवर्नमेंट एक प्राइवेट। आई एम सॉरी टू से वी डू नॉट हैव मच गवर्नमेंट सपोर्ट। प्राइवेट सपोर्ट है वो महंगी है, बिल्कुल। आज तक फिर चाहे इलाज महंगा है, तो जब उसमें थोड़ा सा खर्चा ज़्यादा होता है तो कई लोग कहते हैं यार क्या 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 है किया मतलब। अच्छा डॉक्टर साहब, एक आपने स्टेज तो एक बड़ी ਵੱਡੀ ਤੁਸੀਂ ਗੱਲ ਕੀਤੀ ਹੈ ਵੀ ਡਾਕਟਰ ਡਿਪਰੈਸ਼ਨ 'ਚ ਜਾ ਰਹੇ हैं ਤੇ ਡਾਕਟਰ ਕੁਝ ਸੁਸਾਈਡ ਵੀ ਕਰ ਰਹੇ हैं, ਉਹਦਾ ਕੀ ਕਾਰਨ? ਉਹਦਾ ਕਾਰਨ ਉਹੀ ਹੈਗਾ ਕਿ एक पासे तो डॉक्टर अपना बेस्ट एफर्ट्स देनी चाहता, दूसरे पासे गवर्नमेंट की सपोर्ट नहीं, तीसरे पासे क्या हैगा कि वो प्राइवेट इलाज करने के लिए अगर 2 टेस्ट ज़्यादा देता हैगा तो उसको बाहर जाके लोग गाली कड्ढनी शुरू कर देते, यार ये चंगा डॉक्टर हैगा, मेरा 10,000 रुपया खर्चाता वो MRI तो कुछ निकलिया ही नहीं, अल्ट्रासाउंड से कुछ निकलिया ही नहीं। अरे भाई क्यों नहीं तू समझदा, अगर उसमें से नहीं कुछ निकला तो तेरे को फ़ायदा हुआ कि नुकसान हुआ। अगर उसमें कोई ब्रेन ट्यूमर निकल आंदा, अल्ट्रासाउंड में रसौली निकल आती तो फिर ऑपरेशन करना पड़ता ना। तो ये जो इन्वेस्टिगेशन की जाती है वो इसलिए की जाती है कि पेशेंट को कोई बड़ी सर्जरी, कोई बड़ा ऐसी जी चीज़ ना करने की ज़रूरत पवे और सिंपल मेडिकल ट्रीटमेंट से ही हल हो जाए। ਡਾਕਟਰ ਸਾਹਿਬ ਇੱਕ ਅਨਐਥੀਕਲ ਪ੍ਰੈਕਟਿਸ ਦੀ ਵੀ ਗੱਲ ਕੀਤੀ, ਇਹ ਕਿਹਾ ਗਿਆ ਡਾਕਟਰ BL ਗੋਇਲ ਵੱਲੋਂ ਵੀ ਜੋ 25 ਸਾਲ ਪਹਿਲੇ ਰਿਲੇਸ਼ਨ ਸੀਗੇ ਡਾਕਟਰ ਪੇਸ਼ੈਂਟ ਦੇ, ਉਹ ਕਿਤੇ ਨਾ ਕਿਤੇ, ਕਿਉਂਕਿ ਤੁਸੀਂ ਡਾਕਟਰ ਸਾਹਿਬ ਲੰਬਾ ਸਮਾਂ ਪ੍ਰੈਕਟਿਸ, ਤੁਸੀਂ ਪਿੰਡ ਚੋਂ ਜ਼ਮੀਨ ਤੋਂ ਸ਼ਹਿਰ ਆ ਕੇ ਤੁਸੀਂ ਕੰਮ ਕੀਤਾ, ਤਾਂ ਯੂ ਆਰ ਪਹਿਲੇ ਤੁਸੀਂ ਨਿਊਰੋਲੋਜਿਸਟ ਸੀਗੇ ਸ਼ਹਿਰ ਦੇ, ਤੇ ਕੀ ਫਰਕ ਕੀ ਆਇਆ? फ़र्क लोगों की परसैप्शन च आया है। डॉक्टर तो वही है। हाँ, पहले हम गांव से आते थे, गांव के डॉक्टर, अब गांव का तो देसी घी भी अच्छा होता है, गांव का दूध भी अच्छा होता है कि शहर का दूध भी मशीन से निकलता है। तो ऐसे मशीनी युग में कई चीज़ें ऐसी हो जाती है, तो इसका मतलब ये तो नहीं ना है कि वो अच्छा नहीं है वो भी अच्छा हैगा। लोगों की परसेप्शन चेंज हो गई है। हम उनको समझाते हैं कि भैया जो दूध आप डब्बे से पीते हो साइकिल वाले से वो ठीक नहीं है, अमल का अच्छा है, वेरका क्या लगा नहीं, मैं तो इतनी देर का मेरे का स्वाद है। लोगों की परसेप्शन चेंज होने में बड़ा टाइम लगा कि वेरका दूध भी अच्छा है, क्वालिटी की तरफ बल ध्यान देना चाहिए, क्वालिटी की तरफ आना चाहिए। तो वो क्वालिटी की तरफ आने के लिए वो उनकी परसेप्शन है, उनको टाइम लग रहा है समझने में। और मेरा ख्याल है कि आप जैसे जो चैनल है, आप जैसे जो अच्छे मीडिया है, तो आप लोगों की परसेप्शन चेंज करो। डॉक्टर वो है, आप भी वो, लेकिन आपकी थिंकिंग में थोड़ा सा बदलाव आ गया है। कदों एक्सपेक्ट करिए नेक्स्ट कॉन्फ्रेंस कदों कराओगे इस तरह का एकेडमिक सेशन? मेरा तो ख्याल ये है कि ये एक ऐसा प्लेटफॉर्म दिया गया है अमृतसर के और आसपास के डॉक्टर्स को कि ये तो अब कॉन्फ्रेंसें चलती रहेंगी। सरकार के से आपकी कोई डिमांड? सरकार से हाथ जोड़ के एक ही बेनती है कि हम डॉक्टरों की जब भी कोई प्रॉब्लम आती है हमारी बात आराम से सुन लें। हम पुलिस को ये कहना चाहते हैं कि इससे पहले कि आप बोलो कि फ़लाने हॉस्पिटल ने डॉक्टर ने गलती की है, एक बार सिविल सर्जन या किसी और से 2 मेंबर कमेटी बना के उसको इन्वेस्टिगेट कर लो। हम डिस्ट्रिक्ट एडमिनिस्ट्रेशन को ये कहना चाहते हैं, अगर हम आपके हर तरह के डिजास्टर मैनेजमेंट में आगे आगे खड़े होते हैं, जब हमें ज़रूरत होती है तो हमारे साथ भी आगे होके हमारी बात सुनो। तो और जो डॉक्टर को बेनती, गवर्नमेंट को बेनती है कि डॉक्टरों की लोगों के मन में जब तक आप इज़्ज़त नहीं ना बढ़ाओगे तो ये जो गैप पड़ रहा है गैप बढ़ता जाएगा। धन्यवाद। ये थे डॉक्टर अशोक उप्पल,
आज एमाकॉन में बहुत सारे डॉक्टर यहाँ पर आए थे, एक मंच दिया गया है जहाँ पर नई तकनीकों के बारे में चर्चा की जाती है। इनका कहना है कि डॉक्टर हमेशा ही अपने मरीज़ का भला सोचता है, लेकिन आजकल करें क्या, इलाज महंगा बहुत हो गया है। लोगों को भी अपनी इंश्योरेंस करवानी चाहिए। सरकार अगर तमाम सुविधाएं दे सकती तो तमाम सुविधाएं वो मुफ्त कर देती। लेकिन हमारी तरफ से भी डॉक्टर अशोक उपल और उनकी टीम को ढेर सारी शुभकामनाएं। अमृतसर से D4 न्यूज़ के लिए दीपक भंडारी की खास रिपोर्ट।